है कि गुरुद्वारा साहब नंदेड़ साहब का जिहड़ा सचखंड है उन्होंने 4 घंटे लिए बंद कर दिता है। की गल उपरों अकाल पुरख आए सी या धर्मराज अंदर वड़ गया सी जिहदे करके बंद करना पिया? मैं वीर जी आप जी नाल 2-4 दिन तो सारिਆਂ ਨਾਲ ਗੱਲਬਾਤ ਚੱਲ ਰਹੀ ਕਈ ਚੈਨਲਾਂ ਤੇ। ਮੈਂ ਆਪਣੇ ਤੌਰ ਤੇ ਗੱਲ ਕੀਤੀ ਉੱਥੋਂ ਦੇ ਪ੍ਰਬੰਧਕਾਂ ਨੇ, ਜਿਹੜਾ ਕਿ ਉੱਥੋਂ ਦਾ ਵੀ ਪ੍ਰਬੰਧ ਹੈ ਨਾ ਜੀ। ਦੇਖੋ ਇਲੈਕਸ਼ਨ ਹੋਇਆ ਕਈ ਚਿਰ ਹੋ ਗਏ, ਮੈਂਬਰ ਇਲੈਕਟਿਡ ਹੋਏ ਨੇ, ਲੇਕਿਨ ਉੱਥੋਂ ਦਾ ਬੋਰਡ ਜਿਹੜਾ ਹੈ ਉਹ ਅੱਜ ਤੱਕ ਬਣਿਆ ਨਹੀਂ ਹੈ। ਉਹਦੇ ਤੇ ਇੱਕ ਸਰਕਾਰ ਨੇ ਮਿਨਾਸ ਜਿਹੜਾ ਬੰਬੇ ਦਾ ਰਹਿਣ ਵਾਲਾ ਔਰ ਆਰਐਸਐਸ ਬੀਜੇਪੀ ਤੋਂ ਜਿਹੜਾ ਸੰਬੰਧ ਰੱਖਦਾ ਹੈ, ਔਰ ਤੁਸੀਂ ਉਹਨਾਂ ਦੀਆਂ ਕਈ ਫੋਟੋਆਂ ਜਿਹੜੀਆਂ ਨੇ ਖਾਸ ਕਰਕੇ ਬਾਬਾ ਰਾਮਦੇਵ ਨਾਲ ਦੇਖੋਗੇ, ਔਰ ਇਹ ਤੱਕ ਕਿਹਾ ਜਾਂਦਾ ਹੈ ਕਿ ਵੀ ਉਹ ਬਾਬਾ ਰਾਮਦੇਵ ਦੇ ਕਈ ਜਿਹੜੇ ਉਹਨਾਂ ਦੇ ਹੈਗੇ ਨੇ ਬਿਜ਼ਨਸ ਨੇ ਉਹਦੇ 'ਚ ਭਾਈਵਾਲ ਹੈ। ਔਰ ਇਹ ਤੁਹਾਨੂੰ ਦੱਸ ਦੇਵਾਂ ਕਿ ਉਹ ਹੁਣ ਉੱਥੇ ਬੈਠਾ ਉਹ ਬਾਕੀ ਲੋਕਾਂ ਦਾ ਜਿਹੜੇ ਉਹਨਾਂ ਦਾ ਕੁਝ ਬਸ ਚੱਲਣ ਨਹੀਂ ਦੇ ਰਿਹਾ। ਤੇ ਸੇਮ ਅੱਜ ਜਿਹੜਾ ਅਮਿਤ ਸ਼ਾਹ ਜਿਹੜਾ ਗਿਆ ਹੈ, ਭਾਰਤ ਦਾ ਜਿਹੜਾ ਗ੍ਰਹਿ ਮੰਤਰੀ ਹੈ ਔਰ ਪੁਰਾਣਾ ਤੜੀ ਪਾਰ ਰਿਹਾ, ਉਹ ਇਤਿਹਾਸ ਦੱਸਦਾ ਹੈ, ਅੱਜ ਉੱਥੇ ਗਿਆ ਤੇ ਉਹਦੇ ਆਮਦ ਕਰਕੇ ਇਹਨਾਂ ਨੇ ਤਖਤ ਸਾਹਿਬ ਦੇ ਦਰਵਾਜ਼ੇ ਜਿਹੜੇ ਹੈ ਬਾਹਰਲੇ ਮੇਨ ਗੇਟ ਬੰਦ ਕੀਤੇ, ਹਵਾਲਾ ਦੇ ਕੇ ਵੀ ਸਿਕਿਉਰਿਟੀ ਦਾ। ਤੇ ਇਹ ਬੜੀ ਨਮੋਸ਼ੀ ਦੀ ਗੱਲ ਹੈ ਵੀ ਗੁਰੂ ਦੇ ਘਰ ਦੇ ਵਿੱਚ ਤਾਂ ਰਾਜਾ ਰੰਕ ਸਭ ਬਰਾਬਰ ਨੇ, ਉਹਨਾਂ ਲਈ ਤਾਂ ਕੋਈ ਇਸ ਤਰ੍ਹਾਂ ਵੱਡਾ ਉੱਚ ਨੀਚ ਦਾ ਕੋਈ ਗੱਲ ਨਹੀਂ। ਔਰ ਕਿਧਰੇ ਨਾ ਕਿਧਰੇ ਉਹ ਕਹਿੰਦੇ ਨੇ ਵੀ 6 ਵਜੇ ਆਉਣਾ ਤੇ ਰਹਿ ਰਾਸ ਦਾ ਸਮਾਂ ਜਿਹੜਾ ਨੇੜੇ ਹੈ, ਤੇ ਇਹ ਜਿਹੜਾ ਦਰਵਾਜ਼ਾ ਬੰਦ ਕਰਦੇ ਹੈ ਕਿ ਉੱਥੋਂ ਦੇ ਪਾਠ ਦੇ ਵਿੱਚ ਜਾਂ ਸੰਗਤ ਦੇ ਉੱਥੇ ਜਾਣ ਦੇ ਵਿੱਚ ਇਸ ਤਰ੍ਹਾਂ ਰੋਕ ਲੱਗਣੀ, ਇਹ ਬੜੀ ਮੰਦਭਾਗੀ ਗੱਲ ਹੈ। ਔਰ ਦੂਸਰੇ ਪਾਸੇ ਮੈਂ ਇਹ ਵੀ ਦੱਸ ਦਿੰਦਾ ਕਿ ਵੀ ਮੇਰੇ ਕੋਲ ਜਿਹੜੀ ਖਬਰ ਹੈ ਉੱਥੋਂ ਦੇ ਸਿੰਘ ਸਾਹਿਬਾਨਾਂ ਵੱਲੋਂ ਉਹਨੂੰ ਕੋਈ ਸਤਿਕਾਰ ਨਹੀਂ ਦਿੱਤਾ ਗਿਆ। ਜਿਹੜਾ ਉੱਥੇ ਸਤਿਕਾਰ ਦਿੱਤਾ ਗਿਆ ਉਹ ਕਿਧਰੇ ਨਾ ਕਿਧਰੇ ਜਿਹੜੀ ਉੱਥੇ ਅੱਜ ਕਾਬਜ ਮੈਨੇਜਮੈਂਟ ਹੈ ਉਹਨੇ ਜਿਹੜੇ ਰਿਟਾਇਰਡ ਉੱਥੋਂ ਦਾ ਰਿਟਾਇਰਡ ਮੁਲਾਜ਼ਮ ਹੈ ਉਹਨੂੰ ਅੱਗੇ ਲਾ ਕੇ ਉਹਦਾ ਸਤਿਕਾਰ ਜਿਹੜਾ ਉਹ ਚੋਲਾ ਕਹਿ ਲਈਏ, ਮਹਾਰਾਜ ਦਾ ਜਿਹੜਾ ਅੰਦਰੋਂ ਦੀ ਔਰ ਦਸਤਾਰ ਹੈ ਉਹ ਸਭ ਘਰੋਂ ਦੀ ਗਈ ਹੈ, ਉਹ ਤਖਤ ਸਾਹਿਬ ਦੇ ਰਿਕਾਰਡ ਵਿੱਚ ਨਹੀਂ ਆਈ ਕਿ ਵੀ ਉੱਥੋਂ ਦੀ ਉਹਨੂੰ ਦਿੱਤੀ ਗਈ ਹੈ। ਔਰ ਉਹਨੂੰ ਬੰਨ ਕੇ ਉਹਦਾ ਸਤਿਕਾਰ ਕੀਤਾ ਗਿਆ। ਔਰ ਇਹ ਵੀ ਮੈਂ ਅੱਜ ਤੁਹਾਨੂੰ ਦੱਸ ਦਿੰਦਾ, ਕਿਸੇ ਵੀ ਚੈਨਲ ਨੂੰ ਅੱਜ ਤੱਕ ਨਹੀਂ ਇਹ ਗੱਲ ਦਾ ਪਤਾ। ਉਹ ਉੱਥੇ ਗਿਆ, ਉਹਨੇ ਮੱਥਾ ਟੇਕਿਆ ਜੇ ਅੰਦਰ, ਸੱਚਖੰਡ ਦੇ ਅੰਦਰ ਨਹੀਂ ਗਿਆ ਜੇ, ਸੱਚਖੰਡ ਦੇ ਬੂਹੇ ਤੋਂ ਮੱਥਾ ਟੇਕਿਆ ਉਹਨੇ, ਪੌੜੀਆਂ ਚੜ੍ਹ ਕੇ ਉੱਥੋਂ ਮੱਥਾ ਟੇਕਿਆ ਤੇ ਉੱਥੋਂ ਥੱਲੇ ਉਤਰ ਆਇਆ। ਕਿਉਂਕਿ ਉੱਥੇ ਇਹ ਗੱਲ ਚੱਲ ਪਈ ਸੀ ਕਿ ਉੱਥੋਂ ਦੇ ਕਈ ਜਿਹੜੇ ਬੱਚੇ ਨੌਜਵਾਨ ਨੇ ਹੋਲੇ ਮਹੱਲੇ ਦੇ ਉੱਤੇ, ਉਹਨਾਂ ਨੂੰ ਇਹੋ ਪ੍ਰਸ਼ਾਸਨ ਨੇ ਹੋਲੇ ਮਹੱਲੇ ਦਾ ਮਹੱਲਾ ਕੱਢਣ ਤੋਂ ਰੋਕਿਆ। ਔਰ ਉਹਨਾਂ ਨੇ ਕੱਢਿਆ ਕਿਉਂਕਿ ਉਹ ਕਹਿੰਦੇ ਵੀ ਸਾਡੀਆਂ ਮਰਿਆਦਾ ਪਰੰਪਰਾਵਾਂ, ਆਪਾਂ ਇਸ ਗੱਲਾਂ ਤੋਂ ਨਹੀਂ ਰੁਕਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ। ਸਰਕਾਰ ਨੇ ਰੋਕਿਆ ਔਰ ਉੱਥੇ ਇੱਕ ਮੰਦਭਾਗੀ ਘਟਨਾ ਵੀ ਵਾਪਰੀ। ਔਰ ਪ੍ਰਸ਼ਾਸਨ ਖੁਦ ਇਹਦਾ ਜ਼ਿੰਮੇਵਾਰ ਹੈ, ਲੇਕਿਨ ਪ੍ਰਸ਼ਾਸਨ ਨੇ ਸਿੱਖ ਮੁੰਡਿਆਂ ਦੇ ਉੱਤੇ ਕੇਸ ਮੁਕੱਦਮੇ ਪਾਤੇ, ਕਈ ਜੇਲ੍ਹਾਂ ਵਿੱਚ ਨੇ ਤੇ ਕਈ ਆਪਣੇ ਘਰੋਂ ਨੱਠ ਕੇ ਅੱਜ ਦੂਜੇ ਸਟੇਟਾਂ 'ਚ ਰਹਿੰਦੇ ਪਏ ਨੇ। ਉਹਨਾਂ ਦੀ ਜਿਹੜੀ ਜ਼ਿੰਦਗੀ ਬੜੀ ਔਖੀ ਗੁਜ਼ਰ ਬਸਰ ਹੋ ਰਹੀ ਹੈ। ਔਰ ਉਹਨਾਂ ਨੇ ਇਹ ਗੱਲ ਕਹੀ ਵੀ ਤੂੰ ਇੱਥੇ ਆਇਆ, ਕਈਆਂ ਨੇ ਉਹਦਾ ਆਬਜੈਕਸ਼ਨ ਚੁੱਕਿਆ, ਉਹ ਸਾਹਮਣੇ ਨਹੀਂ ਆਇਆ। ਜਿਨ੍ਹਾਂ ਨੇ ਉਹਦਾ ਸਤਿਕਾਰ ਕੀਤਾ ਉਹ ਬੜੀ ਵਾਇਰਲ ਹੋਈ। ਔਰ ਉਹ ਗੱਲ ਜਿਹੜੀ ਜਿਨ੍ਹਾਂ ਲੋਕਾਂ ਨੇ ਕੀਤਾ ਉਹਨਾਂ ਨੂੰ ਮੈਨੂੰ ਸਮਝ ਨਹੀਂ ਆਈ ਵੀ ਕਿਹੜੀ ਚਮਚਾਗਿਰੀ ਕਰਨੀ ਸੀ ਜਾਂ ਕਿਹੜੇ ਪ੍ਰਬੰਧਕਾਂ ਦਾ ਉਹਨਾਂ ਦੇ ਉੱਤੇ ਇਹ ਦਬਾਅ ਸੀਗਾ ਜੋ ਇਹਨਾਂ ਨੇ ਕੀਤਾ। ਉਹਨਾਂ ਨੂੰ ਸਗੋਂ ਉਹਨੂੰ ਉੱਥੋਂ ਬਾਹਰੋਂ ਹੀ ਫਾਰਗ ਕਰ ਦੇਣਾ ਚਾਹੀਦਾ ਸੀਗਾ ਵੀ ਸਾਡੇ ਬੱਚੇ ਰੁਲਦੇ ਪਏ ਨੇ, ਵੀ ਤੁਸੀਂ ਅੱਜ ਸਾਡੇ ਕੋਲ ਕੀ ਲੈਣ ਆਏ ਹੋ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਹੋਈਆਂ। ਔਰ ਉੱਥੇ ਮੈਂ ਤੁਹਾਨੂੰ ਇਹ ਦੱਸਾਂ ਕਿ ਮੇਰੀ ਸਿੰਘ ਸਾਹਿਬ ਹੋਰਾਂ ਤੱਕ ਉਹ ਗੱਲ ਕਰਨ ਦੀ ਪੂਰੀ ਕੋਸ਼ਿਸ਼ ਹੋਈ ਤੇ ਉਹਨਾਂ ਵੱਲੋਂ ਇਹੋ ਮੈਨੂੰ ਮੈਸੇਜ ਸੀਗਾ ਕਿ ਵੀ ਸਾਧੂ ਜੀ ਤੁਸੀਂ ਸਾਨੂੰ ਇੱਕ ਵੀ ਫੋਟੋ ਦੱਸ ਦਵੋ ਵੀ ਜਿੱਥੇ ਅਸੀਂ ਕੀਤਾ ਹੋਵੇ, ਅਸੀਂ ਇਹ ਗੱਲ ਨਹੀਂ ਕੀਤੀ। ਔਰ ਮੈਂ ਫਿਰ ਉਹਨਾਂ ਨੂੰ ਅੱਗੋਂ ਬੇਨਤੀ ਕੀਤੀ, ਹਾਲਾਂਕਿ ਉਹਨਾਂ ਨੇ ਇੱਕ ਗੱਲ ਮੈਨੂੰ ਦੱਸੀ, ਇਹ ਮੇਰੇ ਲਈ ਵੀ ਬੜੀ ਸ਼ੌਕ ਵਾਲੀ ਸੀਗੀ। ਕਹਿੰਦੇ ਨੇ ਵੀ ਇਸ ਤੋਂ ਪਹਿਲਾਂ ਵੀ ਉੱਥੇ ਠਾਕਰੇ ਹੋਰੀ ਆਏ ਆ, ਅਸ਼ੋਕ ਚੌਹਾਨ ਆਇਆ ਤੇ ਉਹਨੂੰ ਵੀ ਇਸ ਤਰ੍ਹਾਂ ਹੀ ਜਿਹੜਾ ਸਤਿਕਾਰ ਕੀਤਾ ਗਿਆ ਕਮੇਟੀ ਵੱਲੋਂ ਹੁੰਦਾ ਰਿਹਾ ਹੈ। ਤੇ ਮੈਂ ਫਿਰ ਉਹਨਾਂ ਲਈ ਇੱਕ ਬੇਨਤੀ ਕੀਤੀ ਹੈ ਔਰ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ। ਮੈਂ ਕਿਹਾ ਜੀ ਸਿੰਘ ਸਾਹਿਬ ਜੀ ਵੀ ਮੈਂ ਪੰਜਾਂ ਦੇ ਵਿੱਚੋਂ ਦੀ ਤੁਹਾਨੂੰ ਸ਼ਾਇਦ ਜ਼ਿਆਦਾ ਕਾਬਲੀਅਤ ਸਮਝਦਾ ਵਾਂ ਔਰ ਤੁਹਾਡਾ ਸਤਿਕਾਰ ਵੀ ਹੈ। ਤੇ ਅਗਰ ਤੁਸੀਂ ਇੱਕ ਕਿਰਪਾ ਕਰੋ ਵੀ ਦਸਤਾਰ ਤੇ ਸ਼੍ਰੀ ਸਾਹਿਬ ਦੇਣ ਤੇ ਮੁਕੰਮਲ ਤੌਰ ਤੇ ਕਿਸੇ ਵੀ ਗੈਰ ਸਿੱਖ ਨੂੰ ਜਾਂ ਜਿਹੜਾ ਕੇਸਾਂ ਦੀ ਬੇਅਦਬੀ ਕਰਦਾ ਹੋਵੇ ਉਹਦੇ ਤੇ ਪਾਬੰਦੀ ਲਾ ਦੇਵੋ ਤੇ ਇੱਕ ਬੜਾ ਵੱਡਾ ਇੱਕ ਮੈਸੇਜ ਜਾਏਗਾ ਵੀ ਕੌਮ ਨੂੰ ਸੇਧ ਜਾਏਗੀ ਵੀ ਇਹ ਦਸਤਾਰ ਗੁਰੂਆਂ ਦੀ ਬਖਸ਼ੀ ਦਸਤਾਰ ਹੈ। ਪੱਗਾਂ ਤੇ ਪਗੜੀਆਂ ਤੇ ਆਪਾਂ ਲਾਲੇ ਔਰ ਮੁਸਲਮਾਨ ਵੀ ਬੰਨ ਲੈਂਦੇ ਨੇ, ਲੇਕਿਨ ਜਦੋਂ ਤਖਤ ਸਾਹਿਬ ਤੇ ਅਸੀਂ ਕੋਈ ਪਗੜੀ ਜਾਂ ਦਸਤਾਰ ਦੇਣ ਦੀ ਗੱਲ ਕਰੀ ਤੇ ਦਸਤਾਰ ਗੁਰੂ ਸਾਹਿਬ ਨਾਲ ਜੁੜਦੀ ਹੈ। ਸਿੱਖ ਦੀ ਦਸਤਾਰ ਦੀ ਇੱਕ ਅਲੱਗ ਪਰਿਭਾਸ਼ਾ ਹੈ ਉਹਨਾਂ ਨਾਲੋਂ। ਤੇ ਉਹਨਾਂ ਨੇ ਇਹਦੇ ਬਾਰੇ ਮੈਨੂੰ ਇੰਨੀ ਗੱਲ ਕਹੀ ਹੈ ਕਿ ਬਿਲਕੁਲ ਅਸੀਂ ਇਹਦੇ ਵਿੱਚ ਬੜੀ ਜਲਦੀ ਇਹਦੇ ਤੇ ਵਿਚਾਰ ਕਰਕੇ ਤੇ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਜੀ।
ਭੁਪਿੰਦਰ ਸਿੰਘ ਜੀ, ਅਸੀਂ ਗੱਲ ਕਰਦੇ ਹਾਂ ਕਿ ਹੁਣ ਅਮਿਤ ਸ਼ਾਹ ਦੀ ਗੱਲ ਕਰਦੇ ਹਾਂ ਕਿ ਉਹਨੇ ਵਰਦੀ ਪਾਈ, ਦਸਤਾਰ ਬੰਨੀ, ਉਹਦਾ ਸਨਮਾਨ ਕੀਤਾ ਗਿਆ, ਤੇ ਜਦੋਂ ਰਾਮ ਰਹੀਮ ਨੇ ਪੋਸ਼ਾਕ ਪਾਈ ਸੀ ਤੇ ਉਦੋਂ ਉਹਦਾ ਵਿਰੋਧ ਕੀਤਾ ਗਿਆ ਸੀ। ਤੇ ਫਿਰ ਉਹ ਕੀ ਗੱਲ, ਇਹ ਹੁਣ ਠੀਕ ਹੈ? ਹੁਣ ਨਹੀਂ ਕੋਈ ਇਸ ਗੱਲ ਤੇ ਬੋਲਿਆ? ਹੁਣ ਅਸੀਂ ਵਿਰੋਧ ਕਿਉਂ ਨਹੀਂ ਕੀਤਾ ਇੰਨਾ ਜ਼ਿਆਦਾ? ਬੀਬਾ ਜੀ, ਇਸ ਤਰ੍ਹਾਂ ਗੱਲ ਹੈ ਕਿ ਤਖਤ ਹਜ਼ੂਰ ਸਾਹਿਬ ਦੇ ਉੱਤੇ ਨਾ ਤੁਸੀਂ ਅਕਸਰ ਪੁਰਾਣਾ ਦੇਖੋਗੇ, ਜਿਹੜੇ ਉੱਤੇ ਰੁਮਾਲੇ ਚੜਾਏ ਜਾਂਦੇ ਨਾ ਤੇ ਉਹ ਬਹੁਤ ਇਕੱਠੇ, ਤੇ ਇਹਨਾਂ ਨੇ ਅੱਜ ਨਹੀਂ ਕਈ ਅਰਸਿਆਂ ਤੋਂ ਇਹਦਾ ਇੱਕ ਚੋਲਾ ਬਣਾ ਕੇ ਰੱਖਿਆ ਜਾਂਦਾ, ਜਿਹਨੂੰ ਇਹਨਾਂ ਨੇ ਸਤਿਕਾਰ ਕਰਨਾ ਉਹਨੂੰ ਦਿੱਤਾ ਜਾਂਦਾ ਵੀ ਗੁਰੂ ਦੀ ਬਖਸ਼ਿਸ਼ ਹੈ ਵੀ ਤੁਹਾਨੂੰ ਦੇ ਰਹੇ ਆ, ਨਾਲ ਸ਼੍ਰੀ ਸਾਹਿਬ ਤੇ ਦਸਤਾਰ ਬੰਨੀ ਵੀ ਜਾਂਦੀ ਹੈ। ਤੇ ਇਹਦੇ ਵਿੱਚ ਅਗਰ ਕਿਸੇ ਸਿੱਖ ਨੂੰ ਦੇ ਰਹੇ ਨੇ ਤੇ ਮੈਂ ਸਮਝਦਾ ਵਾਂ ਕਿ ਉਹ ਰਾਮ ਵਾਲੀ ਡਰੈਸ ਤੇ ਇਹਦੀ ਬਹੁਤ ਫਰਕ ਹੈ, ਬਹੁਤ ਫਰਕ ਹੈ, ਥੋੜਾ ਜਿਹਾ ਡਿਫਰੈਂਸ। ਔਰ ਨਹੀਂ ਜੀ, ਆਪਾਂ ਇਦਾਂ ਨਹੀਂ ਕਹਿ ਰਹੇ, ਆਪਾਂ ਇਹ ਗੱਲ ਕਰ ਰਹੇ ਹੈਗੇ, ਆਪਾਂ ਉਹਦੇ ਨਾਲ ਕੋਈ ਮੁਕਾਬਲਾ ਨਹੀਂ ਕਰ ਰਹੇ ਵੀ ਉਹ ਇਵੇਂ ਸੀ ਤੇ ਇਵੇਂ ਆ। ਠੀਕ ਹੈ, ਅਸੀਂ ਸਤਿਕਾਰ ਕਰਦੇ ਹਾਂ ਕਿ ਜਿਹੜਾ ਇਹੋ ਸਨਮਾਨ ਦਿੱਤਾ ਜਾਂਦਾ, ਪਰ ਉਹ ਸਨਮਾਨ ਕਿਸੇ ਸਿੱਖ ਨੂੰ, ਕਿਸੇ ਨੌਜਵਾਨ ਨੂੰ, ਕਿਸੇ ਪ੍ਰਾਪਤੀ ਤੇ ਦਿੱਤਾ ਜਾਵੇ ਤੇ ਉਹ ਜ਼ਿਆਦਾ ਮਾਣ ਵਾਲੀ ਗੱਲ ਆ ਕੌਮ ਦੇ ਲਈ। ਇੱਕ ਉਹੋ ਜਿਹੇ ਇਨਸਾਨ ਨੂੰ ਦੇਣਾ, ਅਮਿਤ ਸ਼ਾਹ ਵਰਗੇ ਨੂੰ ਇਹ ਸਨਮਾਨ ਦੇਣਾ, ਜਿਹੜਾ ਕਿ ਮੈਂ ਤਾਂ ਸਿੱਧਾ ਹੀ ਕਹੂੰਗੀ ਕਿ ਸ਼ਾਇਦ ਇਸ ਸਨਮਾਨ ਦੇ ਲਾਇਕ ਹੀ ਨਹੀਂਗਾ, ਸੋ ਇੱਕ ਗੈਰ ਸਿੱਖ ਨੂੰ ਦੇਣਾ, ਇਹ ਤੇ ਚੰਗੀ ਗੱਲ ਨਹੀਂ ਨਾ। ਨਹੀਂ, ਬਿਲਕੁਲ ਤੁਸੀਂ ਦੁਰਸਤ ਕਿਹਾ, ਇਸ ਗੱਲ ਦਾ ਵਿਰੋਧ ਮੈਂ ਵੀ ਕੀਤਾ ਹੈ ਜੀ, ਔਰ ਮੈਂ ਸਾਰਿਆਂ ਨੂੰ ਬੇਨਤੀ ਵੀ ਕੀਤੀ ਹੈ ਵੀ ਆਪਾਂ ਸਾਰਿਆਂ ਪਾਸੇ ਗੁਰੇਜ਼ ਕਰੀਏ। ਅਸੀਂ ਅੱਜ ਤੱਕ ਇਹ ਵੀ ਦੇਖਦੇ ਹੋ ਸਿਆਸੀ ਪਾਰਟੀਆਂ ਦੇ ਵਿੱਚ, ਈਵਨ ਪਿੱਛੇ ਮੋਦੀ ਜਿਹੜਾ ਹੈ ਉੱਥੇ ਪੰਜਾਬ ਦੀ ਧਰਤੀ ਤੇ ਜਾਂਦਾ ਤੇ ਉਹਨੂੰ ਕਿਸ ਤਰ੍ਹਾਂ ਦਸਤਾਰ ਪਾਈ ਜਾਂਦੀ ਹੈ, ਔਰ 5 ਮਿੰਟ ਬਾਅਦ ਤੇ ਉਹਨੇ ਲਾ ਕੇ ਰੱਖ ਦੇਣੀ। ਉਹਨੇ ਕਿਉਂ ਦਸਤਾਰ ਸਮਝੀ, ਉਹ ਤੇ ਟੋਪੀ ਸਮਝੀ। ਸਾਨੂੰ ਇਹ ਸਮਝਣਾ ਪਏਗਾ ਸਾਡੇ ਸਿੱਖਾਂ ਨੂੰ ਵੀ ਅਸੀਂ ਇਸ ਦਸਤਾਰ ਨੂੰ, ਅਸੀਂ ਸਰੋਪੇ ਨੂੰ ਵੀ ਰੋਲਤਾ। ਇੱਕ ਮਿੰਟ ਜੀ ਵੀਰ ਜੀ, ਮੈਂ ਤੁਹਾਨੂੰ ਤਸਵੀਰ ਦਿਖਾਣਾ, ਜਿਹੜੀ ਅਸਲ ਦੇ ਵਿੱਚ ਉੱਥੇ ਆਹ ਤਸਵੀਰ ਹੈ ਜੀ। ਇਹ ਤਸਵੀਰ ਦੇ ਵਿੱਚ ਜਿਵੇਂ ਸਿੰਘ ਤੁਹਾਡੇ ਤੁਸੀਂ ਕਿਹਾ ਸਿੰਘ ਸਾਹਿਬ ਜਾਂ ਜਿਹੜੇ ਅੰਦਰ ਜਾਂਦੇ ਨੇ, ਮੂੰਹ ਬੰਨ ਕੇ ਵਿਅਕਤੀ ਅੰਦਰ ਜਾਂਦਾ ਹੈ, ਬਿਲਕੁਲ ਇਹੀ 3 ਫੁੱਟੀ ਕਿਰਪਾਨ ਹੈ, ਕਮਰ ਕੱਸੇ ਦੇ ਵਿੱਚ ਉਹ ਪਾਇਆ ਹੋਇਆ, ਉੱਪਰਲੇ ਪਾਸੇ ਗਲ ਦੇ ਵਿੱਚ ਤੇ ਦਸਤਾਰ ਸਜਾਈ ਹੋਈ ਹੈ। ਇਹ ਵੀ ਤਾਂ ਉਹੀ ਪੋਸ਼ਾਕ ਹੈ ਨਾ ਸਿੰਘ ਸਾਹਿਬ ਦੀ, ਤੁਹਾਡੇ ਜਥੇਦਾਰ ਦੀ ਅੰਦਰ ਜਾਣ ਵਾਲੇ ਦੀ। ਸਵਾਲ ਬੀਬਾ ਜੀ ਦਾ ਇਹ ਸੀ ਕਿ ਜੇ ਤੁਸੀਂ ਆਮ ਸਿੱਖ ਕਹਿ ਰਹੇ ਆ, ਮੈਂ ਗੁਰਮੀਤ ਰਾਮ ਰਹੀਮ ਦੇ ਬਿਲਕੁਲ 0.1% ਵੀ ਹੱਕ ਦੇ ਵਿੱਚ ਨਹੀਂ, ਜੇ ਉਹਨੇ ਪੋਸ਼ਾਕ ਪਾਈ ਤੇ ਸਰਦਾਰ ਹਰਪ੍ਰੀਤ ਸਿੰਘ ਵੀ ਬੋਲੇ, ਉਸ ਵੇਲੇ ਜਿਹੜੇ ਗੁਰਬਚਨ ਸਿੰਘ ਸੀ ਉਹ ਵੀ ਬੋਲੇ, ਸਾਰੇ ਬੋਲੇ। ਅੱਜ ਕੁਲਵੰਤ ਸਿੰਘ ਵਰਗੇ ਜਿਹੜੇ ਸਿੰਘ ਸਾਹਿਬ ਤੁਸੀਂ ਜਿਨ੍ਹਾਂ ਨੂੰ ਕਹਿ ਰਹੇ ਹੋ, ਉਹ ਚੁੱਪ ਕਰਕੇ ਕਿਉਂ ਬੈਠੇ ਨੇ? ਉਹਨਾਂ ਦੀ ਹਿਆ ਕਿਉਂ ਨਹੀਂ ਪਿਆ ਕਿ ਮੈਂ ਜਿਹੜੇ ਬੰਦੇ ਨੇ ਪੋਸ਼ਾਕ ਪਾਈ ਹੈ, ਜਿਹੜੇ ਬੰਦੇ ਨੇ ਕਰਵਾਇਆ ਹੈ, ਉਹਨੂੰ ਮੈਂ ਪੰਥ ਦੇ ਵਿੱਚੋਂ ਕੱਢਦਾ, ਜੇ ਕੋਈ ਪੰਥ ਹੈ ਉਹਨਾਂ ਦਾ। ਮੈਂ ਆਪ ਜੀ ਦਾ ਇਹ ਸੁਣਿਆ 1 ਦਿਨ ਪਹਿਲਾਂ ਦੇ ਚੁੱਕਾ ਵਾਂ, ਉੱਥੇ ਗੱਲ ਕੀਤੀ ਹੈ, ਔਰ ਉਮੀਦ ਹੈ ਕਿ ਵੀ ਇਹ ਕੋਈ ਕਰਨਗੇ ਫੈਸਲਾ। ਇਹ ਜਿਹੜਾ ਮੈਂ ਇਹ ਗੱਲ ਕਹੀ ਹੈ ਵੀ ਇਹ ਜਿਹੜਾ ਸਨਮਾਨ ਹੈ ਔਰ ਇਹ ਜਿਹੜੀ ਵਸਤਰ ਜਿਹੜੇ ਪਾਏ ਨੇ ਉਸਨੂੰ, ਇਹ ਤਖਤ ਸਾਹਿਬ ਦੇ ਵਿੱਚ ਨਹੀਂ ਪਾਏ ਗਏ। ਔਰ ਤਖਤ ਸਾਹਿਬ ਦਾ ਜਿਹੜਾ ਇਹਨੂੰ ਪਾ ਰਿਹਾ, ਤੁਸੀਂ ਉਹ ਪੂਰਾ ਫੋਟੋ ਵੀ ਦੇਖਣਾ, ਇੱਕ ਰਿਟਾਇਰਡ ਉੱਥੋਂ ਦਾ ਮੁਲਾਜ਼ਮ ਹੈ ਉਹ ਪਾ ਰਿਹਾ, ਜਿਹੜੇ ਉੱਥੋਂ ਦੇ ਆਪਣੇ ਮੁਲਾਜ਼ਮ ਵੀ ਜਿਹੜੇ ਸੇਵਾ ਵਿੱਚ ਨੇ ਉਹਨਾਂ ਨੇ ਗੁਰੇਜ਼ ਕੀਤਾ ਹੈ, ਕਿਉਂਕਿ ਸਿੰਘ ਸਾਹਿਬ ਨੇ ਮਨਾ ਕਰਤਾ ਵੀ ਅਸੀਂ ਇਹਦੇ ਆਏ ਦਾ ਕੋਈ ਸਤਿਕਾਰ ਨਹੀਂ ਤੇ ਕੋਈ, ਮੈਂ ਆਪ ਜੀ ਨੂੰ ਦੱਸ ਬੈਠਾ ਕਿ ਵੀ ਉਹ ਅੰਦਰ ਸੱਚਖੰਡ ਸਾਹਿਬ ਦੇ ਅੰਦਰ ਤੱਕ ਨਹੀਂ ਹੋ ਗਿਆ, ਉਹਨੇ ਬਾਹਰੋਂ ਦੀ ਮੱਥਾ ਟੇਕਿਆ। ਲੇਕਿਨ ਇਹੋ ਜਿਹਾ ਵਸਤਰ ਪਾਣਾ ਸਾਡੇ ਸਿੱਖਾਂ ਨੂੰ ਵੀ ਕਿਸੇ ਨੂੰ ਪਾਣਾ ਸ਼ੋਭਾ ਨਹੀਂ ਦਿੰਦਾ। ਇਸ ਗੱਲ ਨੂੰ ਆਪਾਂ ਵੀ ਕੋਈ ਵੀ ਵਿਅਕਤੀ, ਅਸੀਂ ਜਿਹੜਾ ਗੁਰੂ ਸਾਹਿਬ ਦੀ ਬਖਸ਼ਿਆ ਸਰੂਪਾ ਦਸਤਾਰ ਸ਼੍ਰੀ ਸਾਹਿਬ ਹੈ, ਕੋਈ ਸਿੱਖ ਕਿਸੇ ਗੈਰ ਸਿੱਖ ਨੂੰ ਨਹੀਂ ਦੇਣਾ ਚਾਹੀਦਾ, ਭਾਵੇਂ ਆਮ ਗੁਰਦੁਆਰਾ ਹੋਵੇ। ਇਹ ਤਾਂ ਤਖਤ ਸਾਹਿਬ ਦੇ ਨੇੜੇ ਦੀ ਗੱਲ ਹੈ, ਔਰ ਉੱਥੋਂ ਇਹ ਪੁਰਾਣੇ ਮੁਲਾਜ਼ਮ ਨੇ, ਉਹਨਾਂ ਨੂੰ ਇਹ ਚੀਜ਼ ਦਾ ਸਮਝ ਆਉਣਾ ਚਾਹੀਦਾ ਹੈ। ਮੈਨੂੰ ਲੱਗਦਾ ਵੀ ਕਿਧਰੇ ਨਾ ਕਿਧਰੇ ਸ਼ਾਇਦ ਜਿਹੜੀ ਅੱਜ ਦੀ ਮੈਨੇਜਮੈਂਟ ਹੈ, ਮੈਂ ਤੁਹਾਨੂੰ ਅੱਗੇ ਵੀ ਦੱਸ ਬੈਠਾ, ਉਸ ਮੈਨੇਜਮੈਂਟ ਨੇ ਹੁਣ ਆਪਣੀ ਉਹੀਓ ਸਰਕਾਰ ਉਸੇ ਪਾਰਟੀ ਦੀ ਹੈ, ਉਹਨੂੰ ਕਿਧਰੇ ਨਾ ਕਿਧਰੇ ਖੁਸ਼ ਕਰਨਾ ਹੈ। ਔਰ ਮੈਂ ਕੱਲ ਇਹ ਅਮਿਤ ਸ਼ਾਹ ਦਾ ਆਪਣਾ ਪੇਜ ਦੇ ਉੱਤੇ ਉਹਦਾ ਲਿਖਿਆ ਹੋਇਆ ਮੈਂ ਪੜ੍ਹਿਆ, ਉਹਦੇ ਵਿੱਚ ਉਹਨੇ ਲਿਖਿਆ ਕਿ ਵੀ ਮੈਨੂੰ ਉੱਥੇ ਜਾ ਕੇ ਬੜੀ ਖੁਸ਼ੀ ਮਹਿਸੂਸ ਹੋਈ ਹੈ ਔਰ ਮੇਰਾ ਬੜਾ ਮਾਣ ਹੋਇਆ ਹੈ। ਮੈਂ ਬੜਾ ਹੈਰਾਨ ਹਾਂ ਕਿ ਉਹਨੂੰ ਨਹੀਂ, ਆਫਟਰ ਗ੍ਰਹਿ ਮੰਤਰੀ ਨੇ ਜੀ ਜਾਂਦੇ ਜਾਂਦੇ ਥੋੜਾ ਜਿਹਾ ਦੱਸਿਓ, ਇਹਨਾਂ ਦੋਨੇ ਤਖਤਾਂ ਤੇ ਸਰਕਾਰਾਂ ਦਾ ਕਬਜ਼ਾ ਸ਼ੁਰੂ ਤੋਂ ਹੈ ਜਾਂ ਹੁਣ ਹੋਇਆ? ਆਰਐਸਐਸ ਹੁਣ ਕਬਜ਼ਾ ਹੋਈ ਹੈ ਜਾਂ ਸ਼ੁਰੂ ਤੋਂ ਹੀ ਹੈ? ਹਜੂਰ ਸਾਹਿਬ ਦੇ ਉੱਤੇ ਜਿਹੜਾ ਇਹ ਕਾਫੀ ਜਿਹੜਾ ਸਰਕਾਰਾਂ ਜਿਹੜੀਆਂ ਨੇ ਨਾ ਜ਼ਬਰਦਸਤੀ ਕੰਟਰੋਲ ਕਰਨ ਦੀਆਂ ਕੋਸ਼ਿਸ਼ ਕਰਦੀਆਂ ਨੇ। ਔਰ ਤਖਤ ਪਟਨਾ ਸਾਹਿਬ ਦੇ ਵਿੱਚ ਕਿਉਂਕਿ ਲੰਬੇ ਸਮੇਂ ਤੇ ਗਿਆਨੀ ਇਕਬਾਲ ਸਿੰਘ ਹੋਰੀ ਉਹਨਾਂ ਦੇ ਚਹੇਤੇ ਰਹੇ ਹੈ,
ਤੁਸੀਂ ਉਹਨਾਂ ਦਾ ਦੇਖਿਆ ਹੀ ਹੈ ਕਿ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਗੁਰੂ ਸਾਹਿਬ ਵੱਲੋਂ ਲਿਖ ਦਿੱਤਾ ਕਿ ਉਹਨਾਂ ਨੇ ਰਾਮਾਇਣ ਤੱਕ ਲਿਖੀ, ਜਿਹਦਾ ਮੈਂ ਬੜਾ ਵਿਰੋਧ ਡਟ ਕੇ ਕੀਤਾ, ਜਿਹੜਾ ਉਹ ਅਯੋਧਿਆ ਰਾਮ ਮੰਦਿਰ ਤੇ ਗਏ, ਤੇ ਇਹ ਉਹਨਾਂ ਦੇ ਬੜੇ ਖਾਸ ਨਜ਼ਦੀਕੀ ਰਹੇ ਹੈ, ਤੇ ਉਹ ਸਿੱਧੇ ਤੌਰ ਤੇ ਕਹਿ ਲਓ ਵੀ ਉਹ ਕੰਟਰੋਲ ਚੱਲਦਾ ਰਿਹਾ, ਔਰ ਪੁਰਾਣੇ ਜਿਹੜਾ ਜਨਰਲ ਸਕੱਤਰ ਜਿਹੜਾ ਸੀਗਾ ਉਹ ਇਹਨਾਂ ਦਾ ਨਜ਼ਦੀਕੀ ਰਿਹਾ। ਮੈਂ ਸਿਰਫ ਆਪ ਜੀ ਨੂੰ ਤਾਂ ਹੀ ਦੱਸਿਆ ਕਿ 2012 ਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਮੈਨੂੰ ਨਾਲ ਸੇਵਾ ਬਖਸ਼ੀ ਹੈ, ਉਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਸਿਰਫ 2.5 ਸਾਲ ਦਾ 5 ਉਹ ਜਿਹੜੇ ਹੈ ਅਹੁਦੇਦਾਰ ਉਹ ਪਟਨਾ ਸਾਹਿਬ ਦੇ ਸਨ, ਨਿਆਇਤੀ ਇਮਾਨਦਾਰ ਸਨ, ਜਿਹੜੇ ਕਿ ਅੱਜ ਤੱਕ ਦੀਆਂ ਜਿੱਥੇ ਮੈਂ ਸੇਵਾ ਨਿਭਾਈਆਂ ਨੇ, ਉਹ ਸਾਰਿਆਂ ਦੇ ਵਿੱਚੋਂ ਮੈਂ ਦੱਸਦਾ ਵਾਂ ਕਿ ਉਹ ਇਮਾਨਦਾਰ ਜਿਨ੍ਹਾਂ ਨੇ ਆਪਣੇ ਲਈ ਵੀ 1 ਪੈਸੇ, ਬਾਕੀ ਕਮੇਟੀਆਂ ਭਾਵੇਂ ਦਿੱਲੀ ਕਮੇਟੀ ਹੋਵੇ ਤੇ ਭਾਵੇਂ ਕੋਈ ਹੋਰ ਕਮੇਟੀ ਹੋ, ਗੱਡੀਆਂ ਇਸਤੇਮਾਲ ਕਰ ਲੈਂਦੀਆਂ ਨੇ, ਤੇਲ ਗੱਡੀਆਂ ਹੀ ਪਵਾ ਲੈਂਦੀਆਂ ਨੇ ਬਹਾਨੇ ਸਿਰ, ਉਹਨਾਂ ਨੇ ਇਹ ਕੰਮ ਨਹੀਂ ਕੀਤਾ ਸੀ ਜੀ ਇਹ ਦਾਅਵੇ ਨਾਲ। ਜੀ ਵੀਰ ਭੁਪਿੰਦਰ ਸਿੰਘ ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸੱਚ ਜਿਹੜਾ ਲਿਆ ਕੇ ਸਾਡੇ ਜਿਹੜੇ ਦਰਸ਼ਕ ਨੇ ਦੁਨੀਆ ਭਰ ਦੇ ਵਿੱਚ ਤੁਹਾਨੂੰ ਦੇਖ ਰਹੇ ਨੇ ਉਹ ਲਿਆਉਣ ਦਾ ਯਤਨ ਕੀਤਾ। ਗੁਰੂ ਕਿਰਪਾ ਕਰਨ, ਭਲੀ ਕਰਨ, ਆਉਣ ਵਾਲੇ ਸਮੇਂ ਦੇ ਵਿੱਚ ਪੰਥ ਗੁਰੂ ਗ੍ਰੰਥ ਨਾਲ ਜੁੜੇ ਬੰਦਿਆਂ ਨਾਲ ਜੁੜੇ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।